सतनाम करता पुरख निरभउ निर्वैर अकाल मूरत अजूनी सैभंग गुर प्रसाद जप आद सच जुगाद सच है भी सच नानक होसी भी सच। हे प्राणनाथ गोबिंद है कृपा निधान जगत गुरो। हे संसार ताप हरणै करुणा मैं सब दुख हरो। हे शरण जोग दयाल है दीनानाथ मया करो। शरीर स्वस्थ क्षीण समय सिमरंत नानक राम दामोदर माधव। सतनाम श्री वाहिगुरु साहिब जी। गौड़ी कबीर जी पंचपदे ज्यों जल छोड़ बाहर भयो मीना। पूरब जन्म हों तप का हीना। अब कहो राम कवन गत मोरी। तजीले बनारस मत भई थोरी। जुगो जुग अटल चंवर छतर तखत दे मालक दसां पातशाहियां दी आत्मक जोत हाजरा हजूर ज़ाहरा जहूर सर्ब कला भरपूर। धन धन साहिब श्री गुरु ग्रंथ साहिब महाराज जी दी पावन पवित्र हजूरी दे अंदर सुभाईमान गुरु प्यारी साध संगत जी, आओ गुरु चरणों दे विच हाज़रियां लवाइए। प्यार सत्कार सहित फतेह प्रवान करो जी। वाहिगुरु जी का खालसा वाहिगुरु जी की फतेह। सतगुरु जी ने महान बख्शिश की है। धन धन साहिब श्री गुरु ग्रंथ साहिब महाराज जी की पावन गोद के अंदर बैठन का सत्संगत करन का सुभाग समा सानू सारिਆਂ ਨੂੰ प्राप्त होया है। अमृत वेले के दीवाना की हाज़री भरते हुए आप जी ने बड़े प्यार शरधा ते सत्कार दे नाल सतगुरु जी की पावन बाणी आसा की वार का कीर्तन सत्कारयोग भाई साहब जी पासों सरन किया है। हुण समा है गुरबाणी की लड़ीवार विचार का। गुरबाणी की लड़ीवार विचार कथा आरंभ करन तो पहला आओ अपनियां मन बिरतियां नूं आपां एकागर करिए। सुरत नूं शब्द दे नाल गुरबाणी दे नाल
ਗੁਰੂ ਚਰਨਾਂ ਦੇ ਨਾਲ ਜੋੜਨ ਦਾ ਯਤਨ ਕਰੀਏ। ਸਮੂਹ ਸੰਗਤ ਪਿਆਰ ਸਤਿਕਾਰ ਨਾਲ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਕਰੋ ਕਿਰਪਾ। ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਕਬੀਰ ਜੀ ਪੰਚ ਪਦੇ। ਜਿਉ ਜਲ ਛੋੜ ਬਾਹਰ ਭਇਓ ਮੀਨਾ। ਭਗਤ ਕਬੀਰ ਜੀ ਦੁਆਰਾ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਗੌੜੀ ਰਾਗ ਦੇ ਵਿੱਚ ਹੈ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ 326 ਦੇ ਉੱਪਰ ਸੁਭਾਈਮਾਨ ਹੈ ਤੇ ਇਹ ਸ਼ਬਦ ਪੰਚਪਦੇ ਦੇ ਰੂਪ ਦੇ ਵਿੱਚ ਭਗਤ ਕਬੀਰ ਜੀ ਨੇ ਉਚਾਰਨ ਕੀਤਾ ਹੈ। ਪੰਚਪਦੇ ਦਾ ਅਰਥ ਹੈ ਕਿ ਇਸ ਪਾਵਨ ਸ਼ਬਦ ਦੇ 5 ਪਦੇ ਹਨ, 5 ਬੰਦ ਹਨ। ਭਗਤ ਕਬੀਰ ਜੀ ਜਿਨ੍ਹਾਂ ਦਾ ਜਨਮ ਕਾਸ਼ੀ ਬਨਾਰਸ ਵਿਖੇ ਹੋਇਆ, ਸਾਰਾ ਜੀਵਨ ਬਨਾਰਸ ਦੇ ਵਿੱਚ ਬਤੀਤ ਕੀਤਾ, ਧਰਮ ਦਾ ਉਪਦੇਸ਼ ਦਿੱਤਾ, ਕਰਮ ਕਾਂਡਾਂ ਦੇ ਵਿੱਚੋਂ ਲੋਕਾਂ ਨੂੰ ਕੱਢਿਆ, ਵਹਿਮਾਂ ਭਰਮਾਂ ਦੇ ਵਿੱਚੋਂ, ਜਾਤਾਂ ਪਾਤਾਂ ਦੇ ਵਿੱਚੋਂ ਭਗਤ ਕਬੀਰ ਜੀ ਨੇ ਉਸ ਸਮੇਂ ਦੇ ਜੋ ਲੋਕ ਸਨ ਉਹਨਾਂ ਨੂੰ ਕੱਢਣ ਦਾ ਯਤਨ ਕੀਤਾ ਔਰ ਉਸ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਪਰਮੇਸ਼ਰ ਦੇ ਨਾਮ ਦੇ ਨਾਲ ਜੋੜ ਕੇ ਜਿਹੜੇ ਜੀਵ ਭੁੱਲੇ ਹੋਏ ਸਨ ਉਹਨਾਂ ਨੂੰ ਮਾਰਗ ਦਿਖਾਇਆ। ਪਰ ਜਿਸ ਵੇਲੇ ਜੀਵਨ ਦਾ ਅਖੀਰਲਾ ਸਮਾਂ ਆਇਆ ਤਾਂ ਭਗਤ ਕਬੀਰ ਜੀ ਬਨਾਰਸ ਛੱਡ ਕੇ, ਕਾਸ਼ੀ ਨੂੰ ਛੱਡ ਕੇ ਤੇ ਮਗਹਰ ਨਗਰ ਵਿਖੇ ਆ ਗਏ, ਜੋ ਕਿ ਕਾਸ਼ੀ ਤੋਂ ਥੋੜਾ ਦੂਰੀ ਤੇ। ਕਾਸ਼ੀ ਬਾਰੇ ਇਹ ਆਮ ਪ੍ਰਚਲਿਤ ਸੀ, ਇਹ ਮਾਨਤਾ ਸੀ ਕਿ ਕਾਸ਼ੀ ਦੇ ਵਿੱਚ ਜਿਹੜਾ ਆਪਣੇ ਪ੍ਰਾਣ ਤਿਆਗਦਾ ਹੈ ਉਹਨੂੰ ਅਖੀਰਲੇ ਸਮੇਂ ਤੇ ਸ਼ਿਵ ਜੀ ਆ ਕੇ ਉਪਦੇਸ਼ ਦਿੰਦੇ ਨੇ ਤੇ ਉਹਦੀ ਮੁਕਤੀ ਹੋ ਜਾਂਦੀ ਹੈ। ਔਰ ਮਗਹਰ ਬਾਰੇ ਕਿਹਾ ਜਾਂਦਾ ਸੀ ਕਿ ਇੱਥੇ ਜਿਹੜਾ ਆਪਣੀ ਸਰੀਰ ਤਿਆਗਦਾ ਹੈ, ਆਪਣਾ ਸਰੀਰ ਤਿਆਗ ਕੇ ਆਪਣੇ ਇੱਥੇ ਸਵਾਸ ਪੂਰੇ ਕਰਕੇ ਇੱਥੋਂ ਜਾਂਦਾ ਹੈ, ਉਹਨੂੰ ਗਧੇ ਦੀ ਜੂਨ ਦੇ ਵਿੱਚ ਪੈਣਾ ਪੈਂਦਾ ਹੈ। ਸੋ ਦੁਨੀਆ ਨੂੰ, ਸੰਸਾਰ ਨੂੰ ਇਹ ਸਮਝਾਉਣ ਦੇ ਵਾਸਤੇ ਕਿ ਮਨੁੱਖ ਆਪਣੇ ਕੀਤੇ ਹੋਏ ਕਰਮਾਂ ਦੇ ਮੁਤਾਬਕ ਹੀ ਫਲ ਪ੍ਰਾਪਤ ਕਰਦਾ ਹੈ। ਜੇਕਰ ਸਾਰੀ ਉਮਰ ਝੂਠ ਬੋਲਿਆ ਹੈ, ਜੇ ਸਾਰੀ ਉਮਰ ਮਾੜੇ ਕਰਮ ਕੀਤੇ ਨੇ, ਜੇ ਸਾਰੀ ਉਮਰ ਪਾਪ ਕੀਤੇ ਨੇ, ਤੇ ਕਾਸ਼ੀ ਦੇ ਵਿੱਚ ਰਹਿ ਕੇ ਵੀ ਮੁਕਤੀ ਪ੍ਰਾਪਤ ਨਹੀਂ ਹੋ ਸਕਦੀ। ਤੇ ਜੇ ਰੱਬ ਦਾ ਭਜਨ ਕੀਤਾ ਹੈ, ਜੇ ਪਰਮਾਤਮਾ ਦੀ ਭਗਤੀ ਕੀਤੀ ਹੈ, ਤੇ ਮਗਹਰ ਦੇ ਵਿੱਚ ਵੀ ਉਸ ਮਨੁੱਖ ਨੂੰ, ਉਸ ਜੀਵ ਨੂੰ ਪਰਮੇਸ਼ਰ ਦੀ ਪ੍ਰਾਪਤੀ ਹੋ ਸਕਦੀ ਹੈ, ਮੁਕਤ ਹੋ ਸਕਦਾ ਹੈ। ਸੋ ਇਹ ਸੁਨੇਹਾ ਪ੍ਰੈਕਟੀਕਲ ਰੂਪ ਦੇ ਵਿੱਚ ਦੁਨੀਆ ਨੂੰ, ਸੰਸਾਰ ਨੂੰ ਭਗਤ ਕਬੀਰ ਜੀ ਨੇ ਦਿੱਤਾ ਕਿ ਆਪਣਾ ਸਾਰਾ ਜੀਵਨ ਬਨਾਰਸ ਦੇ ਵਿੱਚ ਬਿਤਾਉਣ ਤੋਂ ਬਾਅਦ ਅਖੀਰਲੇ ਸਮੇਂ ਮਗਹਰ ਚਲੇ ਗਏ, ਉੱਥੇ ਜਾ ਕੇ ਆਪਣੇ ਸਵਾਸ ਦਿੱਤੇ, ਉੱਥੇ ਜਾ ਕੇ ਉਹਨਾਂ ਨੇ ਚੜ੍ਹਾਈ ਕੀਤੀ। ਜਿਸ ਵੇਲੇ ਕਾਸ਼ੀ ਨੂੰ ਛੱਡਿਆ, ਬਨਾਰਸ ਨੂੰ ਛੱਡਿਆ, ਤੇ ਲੋਕਾਂ ਨੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਕਿ ਵੇਖੋ ਭਗਤ ਕਬੀਰ ਜੀ ਦੀ ਮੱਤ ਨੂੰ ਕੀ ਹੋ ਗਿਆ ਹੈ, ਇਹਨਾਂ ਦੀ ਅਕਲ ਨੂੰ ਕੀ ਹੋ ਗਿਆ ਵੀ ਸਾਰੀ ਜ਼ਿੰਦਗੀ ਤੇ ਬਨਾਰਸ ਰਹਿੰਦੇ ਰਹੇ, ਹੁਣ ਜਦੋਂ ਜੀਵਨ ਦੇ ਅਖੀਰਲੇ ਸਾਲ, ਅਖੀਰਲਾ ਸਮਾਂ ਹੈ ਤੇ ਬਨਾਰਸ ਨੂੰ ਛੱਡ ਦਿੱਤਾ ਹੈ, ਕਿਉਂਕਿ ਹੁਣੀ ਤੇ ਮੁਕਤੀ ਮਿਲਣੀ ਸੀ ਤੇ ਮਗਹਰ ਚਲੇ ਗਏ ਨੇ, ਜੋ ਸਰਾਪਿਆ ਹੋਇਆ ਨਗਰ ਹੈ। ਸੋ ਉਹ ਜਿਹੜੇ ਬਚਨ, ਉਹ ਜਿਹੜੀਆਂ ਗੱਲਾਂ ਭਗਤ ਕਬੀਰ ਜੀ ਨੇ ਆਪਣੇ ਇਸ ਪਾਵਨ ਸ਼ਬਦ ਦੇ ਵਿੱਚ ਦਰਜ ਕੀਤੇ ਹਨ। ਤੇ ਨਾਲ ਹੀ ਇਹ ਦੱਸਣ ਦਾ, ਇਹ ਸਮਝਾਉਣ ਦਾ ਯਤਨ ਕੀਤਾ ਹੈ ਕਿ ਭਾਈ ਪਰਮਾਤਮਾ ਦਾ ਨਾਮ ਜਪੋਗੇ, ਕਿਧਰੇ ਵੀ ਤੁਹਾਡੇ ਸਵਾਸ ਪੂਰੇ ਹੋ ਜਾਣ, ਪਰਮੇਸ਼ਰ ਵਾਹਿਗੁਰੂ ਆਪਣੇ ਚਰਨਾਂ ਦੇ ਨਾਲ ਜੋੜ ਲੈਂਦਾ ਹੈ।
परमात्मा की बख्शिश हो जाती है। तो जे जीवन दे विच चंगे कर्म ना कीते होणगे, जे जीवन दे विच सारी उम्र पाप करदियां बतीत कीता होएगा अपना जीवन, तो भावें जिन्ना मर्जी पवित्र नगर होवे, तीर्थ स्थान होवे, मनुख नूं पापां दे करके नरकां दे विच जाण तो कोई नहीं बचा सकदा। भगत कबीर जी दे ये बचन संभालण वाले ने, क्योंकि साडे अंदर भी कई मानतावां हन। असीं समझी बैठे हाँ कि जे आपां माड़े कर्म कर लीए, औगण कर लीए, तो किसी खास थां दे उत्ते जे साडे सवास चले जाण ते असीं मुक्त हो जावांगे। गुरबाणी दे वचन ने कि मनो कठोर मरै बानारस, नरक ना बांचिया जाई, हर का संत मरै हड़ंबै, ता सगली सैन तराई। जेकर मन कठोर है, जेकर मनुख माड़े कर्म करता है, तो भावें बनारस दे विच भी अपने प्राण त्याग देवे, उन्होंने नरकां तो कोई नहीं बचा सकता। पर जेकर कोई परमेश्वर का प्यारा सारी जिंदगी भगती करके सिमरन करके हड़ंबे भाव मगहर नगर दे विच अपने जाके प्राण त्यागदा है, तां भी वो अपने सारे परिवार नूं, सारियां कुलां नूं तार लैंदा है। सो भगत कबीर जी इस पावन शब्द के अंदर बख्शिश कर रहे हैं, किरपा करते हैं कि ज्यों जल छोड़ बाहर भयो मीना। जिस तरह मच्छी है, जदों पानी दे विचों उहनूं कढ़ दिता जाता है तो वह तड़फदी है। जिवें पानी दे विचों मच्छी नूं कढ़न ते वो दुखी हुंदी है। पूरब जन्म हों तप का हीना। इस तरह संसार के लोग कह रहे हैं कि मैं शायद पिछले जन्म दे विच कोई तप नहीं किया, मैं पिछले जन्म दे विच कोई चंगा कर्म नहीं शायद किया, जो काशी नूं छड्ड के ते मगहर दे विच आ गया हाँ। काशी दे विच रहना इस तरह से जिवें मच्छी का जल दे विच रहना, ते मगहर दे विच आके रहना इस तरह जिवें मच्छी नूं पानी दे विचों बाहर कढ़ दिता होवे। सो मच्छी का जीवन पानी है, आपां सारे जानते हैं। सो संसार के लोगों नूं इस गल की सोझी, इस गल का ज्ञान नहीं है कि जिहड़ा रब दा प्यारा है उहदे वास्ते सब जगह इक्को जिहियां हन, उहदे वास्ते सारे समय इक्को जिहे हन, उहदे वास्ते सारे दिन इक्को जिहे हन। क्योंकि जिथे भगती करता है उत्थे ही तीर्थ बन जाता है। जिथे प्रभु का प्यारा भगती करता है, सिमरन करता है ना, वो जगह तीर्थ स्थान बन जाती है। सो भगत कबीर जी बख्शिश करते हैं कि पूर्व जन्म हो तप का हीना। लोग कहते हैं कि शायद मैं पिछले जन्म दे विच कोई तप नहीं किया, तप तो सखना हीना हाँ, जिस करके मैं बनारस नूं त्याग के ते मगहर दे विच आ गया हाँ। अब कहो राम कवन गत मोरी। हे राम जी, हे प्रभु जी, हुण तुसी दसो कि मेरी की हालत होवेगी कि मगहर दे विच आके मैनू सच्ची मुच्ची इत्थे सराप जिहड़ा है वो मिलेगा। किरपा करके हे प्रभु जी तुसी दसना करो, समझावना करो। तजी ले बनारस मत भई थोरी। क्योंकि लोग तो मैनू मखौल भी कर रहे हैं और समझा भी रहे हैं कि भाई तेरी मत थोड़ी है, तेरी अकल शायद घट गई है, क्योंकि तू बनारस नूं त्याग दिता है। तैनूं तो चाहिदा सी कि अखीरले समय ते बनारस दे विच रहिंदा, इत्थे तेरे जे प्राण सवास पूरे हुंदे तां तू सीधी मुक्ति प्राप्त कर लेनी ही। पर संसार दे लोग ये नहीं सी जानते कि भगत कबीर ने परमात्मा का नाम सिमरन करके, परमेश्वर की भगती करके पहला ही मुक्ति प्राप्त कर ली सी। सो उन्हां दा सवास पूरे होने नाल तो कोई संबंध नहीं सी। जिहड़ा भी मुक्त होया ना, जिउंदे जी होया है। और भगतां ने तो बेनती भी की है कि हे प्रभु सानू मुक्ति जिहड़ी है ना जिउंदे जी
ਤੁਸੀਂ ਦਿਓ ਤਾਂ ਕਿ ਦੁਨੀਆ ਨੂੰ, ਸੰਸਾਰ ਨੂੰ ਪਤਾ ਲੱਗ ਜਾਏ ਮਰਨ ਤੋਂ ਬਾਅਦ ਕਿਹਨੇ ਦੇਖਿਆ ਹੈ। ਮੂਏ ਹੋਏ ਜੋ ਮੁਕਤ ਦਿਓਗੇ, ਮੁਕਤ ਨਾ ਜਾਣੇ ਕੋਇਲਾ। ਫਿਰ ਤੇ ਮੁਕਤੀ ਕੋਈ ਵੀ ਨਹੀਂ ਜਾਣ ਸਕਦਾ ਕਿ ਜਿਹੜੇ ਪਰਮਾਤਮਾ ਦੇ ਭਗਤ ਨੇ ਇਹਨਾਂ ਨੂੰ ਮੁਕਤੀ ਪ੍ਰਾਪਤ ਹੋਈ ਹੈ ਕਿ ਨਹੀਂ ਹੋਈ। ਤੁਸੀਂ ਕਿਰਪਾ ਕਰੋ, ਬਖਸ਼ਿਸ਼ ਕਰੋ। ਸੋ ਜਿਉਂਦੇ ਜੀ ਹੀ ਪਰਮਾਤਮਾ ਦੀ ਭਗਤੀ ਕਰਕੇ, ਸਿਮਰਨ ਕਰਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ। ਆਪਣੇ ਪਾਵਨ ਬਚਨਾਂ ਦੇ ਵਿੱਚ ਭਗਤ ਕਬੀਰ ਜੀ ਦੀ ਵਡਿਆਈ ਕਰਦੇ ਨੇ, ਉਸਤਤ ਕਰਦੇ ਨੇ। ਬੁਨਨਾ ਤਨਨਾ ਤਿਆਗ ਕੇ ਪ੍ਰੀਤ ਚਰਨ ਕਬੀਰਾ, ਨੀਚ ਕੁਲਾਂ ਜੁਲਾਹਰਾ ਭਇਓ ਗੁਣੀ ਗਹੀਰਾ। ਬੁਨਨਾ ਤਨਨਾ ਭਾਵ ਜੋ ਉਹਨਾਂ ਦਾ ਕੰਮ ਸੀ ਜੁਲਾਹੇ ਵਾਲਾ, ਉਹਦੇ ਵੱਲੋਂ ਧਿਆਨ ਹਟਾ ਕੇ ਤੇ ਪਰਮਾਤਮਾ ਦੀ ਭਗਤੀ ਦੇ ਵਿੱਚ ਸੂਰਤ ਜੋੜ ਲਈ। ਪਰਮੇਸ਼ਰ ਦੀ ਭਗਤੀ ਕਰਨ ਲੱਗ ਪਏ ਭਗਤ ਕਬੀਰ ਜੀ। ਪਰਮਾਤਮਾ ਦੀ ਪ੍ਰੀਤ ਉਹਨਾਂ ਦੇ ਅੰਦਰ ਐਸੀ ਪੈਦਾ ਹੋ ਗਈ, ਪ੍ਰੇਮ ਐਸਾ ਪੈਦਾ ਹੋ ਗਿਆ ਕਿ ਹੁਣ ਜਿਹੜਾ ਬਹੁਤਾ ਸਮਾਂ ਸੀ ਨਾ ਪਰਮੇਸ਼ਰ ਦੀ ਭਗਤੀ ਦੇ ਵਿੱਚ ਬਤੀਤ ਹੋਣ ਲੱਗ ਪਿਆ। ਠੀਕ ਹੈ, ਆਪਣਾ ਜੀਵਨ ਚਲਾਉਣ ਦੇ ਵਾਸਤੇ, ਪਰਿਵਾਰ ਦੇ ਗੁਜ਼ਾਰੇ ਦੇ ਵਾਸਤੇ ਉਨਾ ਕੁ ਕੱਪੜਾ ਬੁਣਦੇ ਨੇ ਜਿੰਨੀ ਕੁ ਲੋੜ ਹੈ। ਹੁਣ ਅਸੀਂ ਤੇ ਚਾਹੁੰਦੇ ਹਾਂ ਕਿ ਅਸੀਂ ਇੰਨਾ ਕੁ ਪੈਸਾ ਕਮਾ ਲਈਏ, ਸਾਡੇ ਕੋਲੋਂ ਵੀ ਨਾ ਮੁੱਕੇ, ਸਾਡੀਆਂ ਆਉਣ ਵਾਲੀਆਂ ਹੋਰ ਜਿਹੜੀਆਂ ਪੁਸ਼ਤਾਂ ਨੇ, ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ, ਉਹਨਾਂ ਤੋਂ ਵੀ ਨਾ ਮੁੱਕੇ। ਤੇ ਜਦੋਂ ਅਸੀਂ ਇਸ ਤਰ੍ਹਾਂ ਸੋਚ ਰੱਖਦੇ ਹਾਂ ਨਾ ਆਪਣੇ ਅੰਦਰ, ਤੇ ਫਿਰ ਪਰਮਾਤਮਾ ਦੀ ਭਗਤੀ, ਪਰਮਾਤਮਾ ਦਾ ਸਿਮਰਨ ਕਰਨ ਦੀ ਮਨ ਦੇ ਵਿੱਚੋਂ ਇੱਛਾ ਖਤਮ ਹੋ ਜਾਂਦੀ ਹੈ। ਫਿਰ ਤੇ ਸੋਚ ਕੇਵਲ ਤੇ ਕੇਵਲ ਮਾਇਆ ਦੇ ਆਲੇ ਦੁਆਲੇ ਘੁੰਮਦੀ ਹੈ ਵੀ ਕਿਸ ਤਰੀਕੇ ਦੇ ਨਾਲ ਮੈਂ ਵੱਧ ਤੋਂ ਵੱਧ ਧਨ ਦੌਲਤ ਇਕੱਠੀ ਕਰਾਂ, ਮਾਇਆ ਇਕੱਠੀ ਕਰਾਂ। ਔਰ ਫਿਰ ਉਸ ਮਾਇਆ ਦੇ ਲੋਭ ਦੇ ਕਰਕੇ ਜਿੱਥੇ ਅਸੀਂ ਬਹੁਤ ਚੰਗੇ ਮੰਦੇ ਕਰਮ ਕਰਦੇ ਹਾਂ, ਉੱਥੇ ਅਸੀਂ ਪਰਮਾਤਮਾ ਦੇ ਨਾਮ ਨੂੰ ਵੀ ਭੁਲਾ ਦਿੰਦੇ ਹਾਂ। ਪਰਮੇਸ਼ਰ ਦੀ ਭਗਤੀ ਕਰਨ ਦਾ ਸਾਡੇ ਕੋਲ ਟਾਈਮ ਹੀ ਨਹੀਂ ਹੁੰਦਾ। ਅੱਜ ਵੀ ਦੇਖੋ ਲੋਕ ਭੱਜੇ ਫਿਰਦੇ ਨੇ ਨਾ ਮਾਇਆ ਦੇ ਪਿੱਛੇ। ਕੋਈ ਉਹਨਾਂ ਨੂੰ ਧਰਮ ਕਰਮ ਦੀ ਚਿੰਤਾ ਨਹੀਂ, ਕੋਈ ਗੁਰਦੁਆਰਾ ਸਾਹਿਬ, ਮੰਦਰ, ਮਸਜਿਦ ਨਹੀਂ ਜਾਣਾ, ਕੋਈ ਸਤਸੰਗਤ ਨਹੀਂ ਸੁਣਨਾ, ਕੋਈ ਪਰਮਾਤਮਾ ਦਾ ਨਾਮ ਸਿਮਰਨ ਨਹੀਂ ਕਰਨਾ, ਨਿਤਨੇਮ ਵੀ ਛੱਡ ਦਿੰਦੇ ਨੇ। ਬਸ ਦੌੜ ਲੱਗੀ ਹੈ ਕਿ ਵੱਧ ਤੋਂ ਵੱਧ ਦੌਲਤ ਇਕੱਠੀ ਕਰ ਲਈਏ, ਵੱਧ ਤੋਂ ਵੱਧ ਪੈਸਾ ਬਣਾ ਲਈਏ, ਵੱਧ ਤੋਂ ਵੱਧ ਜ਼ਮੀਨਾਂ ਖਰੀਦ ਲਈਏ। ਉਸੇ 'ਚ ਹੀ ਫਿਰ ਆਪਣਾ ਸਾਰਾ ਜੀਵਨ ਜਿਹੜਾ ਨਾ ਉਹ ਵਿਅਰਥ ਗਵਾ ਕੇ ਚਲੇ ਜਾਂਦੇ ਨੇ। ਪਰਮੇਸ਼ਰ ਦਾ ਨਾਮ ਨਹੀਂ ਨਾ ਜਪਿਆ ਤੇ ਜੀਵਨ ਬੇਕਾਰ ਹੈ, ਜੀਵਨ ਵਿਅਰਥ ਹੈ। ਪਰ ਇਸ ਗੱਲ ਦੀ ਸੋਝੀ ਉਦੋਂ ਆਉਂਦੀ ਜਦੋਂ ਅਖੀਰਲਾ ਸਮਾਂ ਆਉਂਦਾ ਹੈ। ਸਤਿਗੁਰੂ ਜੀ ਬਾਣੀ ਦੇ ਰਾਹੀਂ ਉਪਦੇਸ਼ ਕਰਦੇ ਨੇ, ਸਿਰ ਲੱਗਾ ਜਮ ਡੰਡ ਤਾਂ ਪਛਤਾਨਿਆ। ਜੀਵ ਪਛਤਾਉਂਦਾ ਹੈ ਉਦੋਂ ਜਦੋਂ ਸਿਰ ਦੇ ਵਿੱਚ ਜਮਾਂ ਦਾ ਡੰਡਾ ਵੱਜਦਾ ਹੈ, ਭਾਵ ਕਿ ਜਦੋਂ ਮੌਤ ਦਾ ਸਮਾਂ ਆ ਜਾਂਦਾ ਨਾ, ਮੌਤ ਸਿਰ ਦੇ ਉੱਤੇ ਆ ਕੇ ਖੜੀ ਹੋ ਜਾਂਦੀ, ਫਿਰ ਪਛਤਾਉਂਦਾ ਹੈ ਕਿ ਮੇਰੇ ਕੋਲ ਬੜਾ ਕੀਮਤੀ ਸਮਾਂ ਸੀ, ਪਰਮਾਤਮਾ ਦੀ ਭਗਤੀ ਕਰਨ ਵਾਸਤੇ ਮੈਨੂੰ ਮਿਲਿਆ ਸੀ। ਇਹ ਦੇਹੀ, ਇਹ ਸਰੀਰ ਜੋ ਬੜਾ ਦੁਰਲਭ ਸੀ, ਹਰੇਕ ਨੂੰ ਪ੍ਰਾਪਤ ਨਹੀਂ ਸੀ ਹੋਇਆ, ਮੈਨੂੰ ਪ੍ਰਾਪਤ ਹੋਇਆ ਸੀ, ਪਰ ਮੈਂ ਅਜਾਈਂ ਗਵਾ ਦਿੱਤਾ, ਬੇਕਾਰ ਗਵਾ ਦਿੱਤਾ। ਪਰਮਾਤਮਾ ਦੀ ਭਗਤੀ ਨਹੀਂ ਕੀਤੀ, ਸਿਮਰਨ ਨਹੀਂ ਕੀਤਾ, ਮਾਇਆ ਦੀ ਦੌੜ ਲੱਗੀ ਰਹੀ। ਅੱਜ ਇਸ ਪਾਵਨ ਸਥਾਨ ਤੇ ਸਤਿਗੁਰੂ ਜੀ ਨੇ ਹੁਕਮਨਾਮਾ ਬਖਸ਼ਿਸ਼ ਕੀਤਾ ਹੈ, ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ, ਮਿਥਿਆ ਮੋਹ ਬੰਧੈ ਨਿਤ ਪਾਰਜ। ਉਮਰ ਤੇ ਬੀਤਦੀ ਜਾ ਰਹੀ ਹੈ, ਸਮਾਂ ਲੰਘਦਾ ਜਾ ਰਿਹਾ ਹੈ, ਪਰ ਜੀਵ ਦਾ ਇਸ ਪਾਸੇ, ਮਨੁੱਖ ਦਾ ਜਿਹੜਾ ਨਾ ਧਿਆਨ ਨਹੀਂ। ਉਮਰ ਬੀਤਦੀ ਜਾ ਰਹੀ ਹੈ, ਇਹ ਨਹੀਂ ਸੋਚ ਰਿਹਾ ਵੀ ਜਿਹੜਾ ਸਮਾਂ ਲੰਘ ਗਿਆ ਦੁਬਾਰਾ ਮੈਨੂੰ ਵਾਪਸ ਨਹੀਂ ਪਰਤ ਕੇ ਮਿਲਣਾ। ਭਗਤੀ ਦੇ ਵਾਸਤੇ ਮਿਲਿਆ ਨਾ ਸਮਾਂ, ਨਾਮ ਜਪਣ ਦੇ ਵਾਸਤੇ ਤੇ ਮਿਲਿਆ ਇਹ ਸਰੀਰ, ਪਰ ਇਸ ਪਾਸੇ ਧਿਆਨ ਹੀ ਨਹੀਂ। ਇੱਕ ਬਚਨ ਸਤਿਗੁਰੂ ਜੀ ਨੇ ਇਸ ਪਾਵਨ ਸ਼ਬਦ ਦੇ ਵਿੱਚ ਸਾਡੇ ਜੀਵਾਂ ਦੀ ਜੋ ਅਵਸਥਾ ਹੈ ਉਹਦੇ ਬਾਰੇ ਦੱਸਿਆ ਕਿ ਭਰਨ ਪੋਖਣ ਸੰਗ ਓਦ ਬਿਹਾਣੀ, ਜੈ ਜਗਦੀਸ਼ ਕੀ ਗਤ ਨਹੀਂ ਜਾਣੀ। ਖਾਣ ਪੀਣ ਦੇ ਵਿੱਚ ਜਾਂ ਜੋੜਨ ਦੇ ਵਿੱਚ, ਇਕੱਠਾ ਕਰਨ ਦੇ ਵਿੱਚ, ਇਹਦੇ ਵਿੱਚ ਹੀ ਆਪਣਾ ਸਾਰਾ ਸਮਾਂ, ਸਾਰੀ ਉਮਰ ਜਿਹੜੀ ਨਾ ਮਨੁੱਖ ਨੇ ਬਤੀਤ ਕਰ ਦਿੱਤੀ। ਤੇ ਜਿਸ ਪਰਮਾਤਮਾ ਨੂੰ ਮਿਲਣਾ ਸੀ, ਉਸ ਪਰਮਾਤਮਾ ਦੇ ਨਾਲ ਸਾਂਝ ਪਾਈ ਨਹੀਂ, ਉਹਦੀ ਉੱਚੀ ਆਤਮਿਕ ਅਵਸਥਾ ਨੂੰ ਜਾਣਿਆ ਨਹੀਂ। ਜਾਣਿਆ ਤੇ ਤਾਂ ਹੀ ਜਾ ਸਕਦਾ ਨਾ ਪਰਮੇਸ਼ਰ ਨੂੰ,
ਜੇ ਸਾਡੇ ਹਿਰਦੇ ਦੇ ਵਿੱਚ ਲਗਨ ਹੋਵੇ, ਸਾਡੇ ਅੰਦਰ ਤੇ ਲਗਨ ਹੈ ਕਿ ਧਨ ਦੌਲਤ ਕਿਵੇਂ ਵੱਧ ਤੋਂ ਵੱਧ ਇਕੱਠਾ ਕਰੀਏ, ਕਿਹੜਾ ਐਸਾ ਫਾਰਮੂਲਾ ਬਣਾਈਏ ਕਿ ਸਾਡਾ ਬਿਜ਼ਨਸ ਜਿਹੜਾ ਨਾ ਦੂਸਰਿਆਂ ਨਾਲੋਂ ਬਹੁਤ ਵੱਧ ਜਾਏ ਇੱਕਦਮ, ਪਰ ਕਦੇ ਇਸ ਪਾਸੇ ਅਸੀਂ ਧਿਆਨ ਨਹੀਂ ਦਿੱਤਾ ਵੀ ਕਿਹੜਾ ਐਸਾ ਯਤਨ ਕਰੀਏ ਕਿ ਗੁਰੂ ਸਾਡੇ ਉੱਤੇ ਪ੍ਰਸੰਨ ਹੋ ਜਾਏ ਤੇ ਬਖਸ਼ਿਸ਼ ਕਰਕੇ ਸਾਨੂੰ ਉਸ ਪਰਮਾਤਮਾ ਦੇ ਨਾਲ ਮਿਲਾ ਦੇਵੇ। ਸਾਡੀ ਸੋਚ ਕੇਵਲ ਸੰਸਾਰਕ ਸੁੱਖਾਂ ਤੱਕ ਸੀਮਤ ਹੋ ਗਈ ਹੈ। ਹਾਲਾਂਕਿ ਬਾਣੀ ਵੀ ਆਪਾਂ ਪੜ੍ਹ ਰਹੇ ਹਾਂ, ਬਾਣੀ ਸੁਣ ਵੀ ਰਹੇ ਹਾਂ, ਸਮਝ ਵੀ ਰਹੇ ਹਾਂ, ਪਰ ਫਿਰ ਵੀ ਇਸ ਪਾਸੇ ਧਿਆਨ ਨਹੀਂ ਹੈ। ਸੋ ਭਗਤ ਕਬੀਰ ਜੀ ਉਪਦੇਸ਼ ਕਰ ਰਹੇ ਹਨ ਕਿ हे ਪ੍ਰਭੂ, ਲੋਕ ਕਹਿ ਰਹੇ ਹਨ ਕਿ ਜੋ ਭਗਤ ਕਬੀਰ ਹੈ ਇਹਦੀ ਜੋ ਅਕਲ ਹੈ, ਇਹਦਾ ਜਿਹੜਾ ਦਿਮਾਗ ਹੈ ਸ਼ਾਇਦ ਘਟ ਗਿਆ ਹੈ, ਕਿਉਂਕਿ ਉਹ ਕੰਮ ਕਰ ਰਿਹਾ ਹੈ ਜਿਹੜਾ ਨਹੀਂ ਕਰਨਾ ਚਾਹੀਦਾ। ਸਾਰੀ ਜ਼ਿੰਦਗੀ ਬਨਾਰਸ ਦੇ ਵਿੱਚ ਰਹਿ ਕੇ ਤੇ ਅਖੀਰਲੇ ਸਮੇਂ ਦੇ ਵਿੱਚ ਮਗਹਰ ਚਲਾ ਗਿਆ ਹੈ, ਭਾਵ ਕਿ ਇਹਨੂੰ ਮੁਕਤੀ ਪ੍ਰਾਪਤ ਨਹੀਂ ਹੋਣੀ। हे ਪ੍ਰਭੂ, ਤੁਸੀਂ ਮੈਨੂੰ ਸਮਝਾਉਣਾ ਕਰੋ। ਸਗਲ ਜਨਮ ਸਿਵਪੁਰੀ ਗਵਾਇਆ, ਸਾਰਾ ਜਿਹੜਾ ਜਨਮ ਸੀ, ਸਾਰਾ ਜਿਹੜਾ ਜੀਵਨ ਸੀ, ਸ਼ਿਵਪੁਰੀ, ਸ਼ਿਵ ਦੀ ਪੁਰੀ ਭਾਵ ਬਨਾਰਸ ਵਿਖੇ ਮੈਂ ਬਤੀਤ ਕੀਤਾ। ਸਾਰੀ ਜ਼ਿੰਦਗੀ ਮੈਂ ਇੱਥੇ ਗੁਜ਼ਾਰੀ। ਮਰਤੀ ਬਾਰ ਮਗਹਰ ਉੱਠ ਆਇਆ। ਤੇ ਜਦੋਂ ਅਖੀਰਲਾ ਸਮਾਂ ਆਉਣਾ ਸੀ, ਭਾਵ ਕਿ ਜਦੋਂ ਮੌਤ ਦਾ ਸਮਾਂ ਆਉਣਾ ਸੀ, ਜਦੋਂ ਸਵਾਸ ਦੇਣੇ ਸਨ, ਜਦੋਂ ਪ੍ਰਾਣ ਤਿਆਗਣੇ ਸਨ, ਤੇ ਉੱਠ ਕੇ ਮਗਹਰ ਨਗਰ ਵਿਖੇ ਆ ਗਿਆ, ਜਿਹਦੇ ਬਾਰੇ ਇਹ ਕਿਹਾ ਜਾਂਦਾ ਹੈ ਕਿ ਇਹ ਸਰਾਪਿਆ ਹੋਇਆ ਨਗਰ ਹੈ। ਇੱਥੇ ਜਿਹੜਾ ਮਰੇਗਾ ਉਹਨੂੰ ਮੁਕਤੀ ਪ੍ਰਾਪਤ ਨਹੀਂ ਹੋਏਗੀ। ਸੋ ਇਸ ਤਰ੍ਹਾਂ ਲੋਕ ਗੱਲਾਂ ਕਰ ਰਹੇ ਹਨ, ਇਸ ਤਰ੍ਹਾਂ ਲੋਕ ਜਿਹੜੇ ਨੇ ਮੇਰੇ ਬਾਰੇ ਕਹਿ ਰਹੇ ਹਨ। ਬਹੁਤ ਬਰਸ ਤਪ ਕੀਆ ਕਾਸ਼ੀ, ਬਹੁਤ ਸਾਲ ਕਾਸ਼ੀ ਦੇ ਵਿੱਚ ਰਹਿ ਕੇ, ਬਨਾਰਸ ਦੇ ਵਿੱਚ ਰਹਿ ਕੇ ਮੈਂ ਪਰਮੇਸ਼ਰ ਦੇ ਨਾਮ ਨੂੰ ਜਪਿਆ, ਪਰਮਾਤਮਾ ਦੀ ਭਗਤੀ ਕੀਤੀ, ਪਰਮੇਸ਼ਰ ਦਾ ਪ੍ਰੇਮ ਆਪਣੇ ਹਿਰਦੇ ਦੇ ਵਿੱਚ ਵਸਾਉਣਾ ਕੀਤਾ। ਮਰਨ ਭਇਆ ਮਗਹਰ ਕੀ ਬਾਸੀ, ਪਰ ਜਦੋਂ ਅਖੀਰਲਾ ਸਮਾਂ ਆਇਆ ਤੇ ਮੈਂ ਮਗਹਰ ਦਾ ਵਾਸੀ ਬਣ ਗਿਆ, ਭਾਵ ਕਿ ਮਗਹਰ ਨਗਰ ਵਿਖੇ ਆ ਗਿਆ। ਹੁਣ ਸੰਸਾਰ ਦੇ ਲੋਕ ਤੇ ਨਹੀਂ ਨਾ ਜਾਣਦੇ ਕਿ ਮੇਰੀ ਅਵਸਥਾ ਕੀ ਹੈ। ਪ੍ਰਭੂ, ਤੁਸੀਂ ਜਾਣਦੇ ਹੋ, ਕਿਉਂਕਿ ਮੈਂ ਤੁਹਾਡਾ ਨਾਮ ਜਪਿਆ ਹੈ, ਮੈਂ ਤੁਹਾਡੇ ਸਿਮਰਨ ਦੇ ਵਿੱਚ ਜੁੜਿਆ ਰਿਹਾ ਹਾਂ, ਮੈਂ ਤੁਹਾਨੂੰ ਪ੍ਰੇਮ ਕੀਤਾ ਹੈ। ਸੋ ਸੰਸਾਰ ਦੇ ਲੋਕ ਜਿਹੜੇ ਹਨ ਮੇਰੇ ਬਾਰੇ ਆਪਣੀ ਵੱਖਰੀ ਰਾਏ ਰੱਖਦੇ ਹਨ, ਪਰ ਮੈਨੂੰ ਅੰਦਰੋਂ ਪਤਾ ਹੈ ਕਿ ਮੈਂ ਤੁਹਾਡੇ ਨਾਲ ਅੰਦਰੋਂ ਜੁੜ ਚੁੱਕਾ ਹਾਂ, ਤੁਹਾਡੇ ਨਾਲ ਮੈਂ ਅੰਦਰੋਂ ਲੀਨ ਹੋ ਚੁੱਕਾ ਹਾਂ, ਤੁਹਾਡੇ ਵਿੱਚ ਸਮਾ ਚੁੱਕਾ ਹਾਂ। ਕਾਸ਼ੀ ਮਗਹਰ ਸਮ ਵਿਚਾਰੀ, ਭਗਤ ਕਬੀਰ ਜੀ ਕਹਿੰਦੇ ਨੇ ਜਿਹੜੇ ਪਰਮਾਤਮਾ ਦੇ ਪਿਆਰੇ ਨੇ ਨਾ, ਉਹਨਾਂ ਦੇ ਵਾਸਤੇ ਕਾਸ਼ੀ ਵੀ ਉਹੋ ਜੀ ਤੇ ਮਗਹਰ ਵੀ ਉਹੋ ਜਿਹਾ। ਉਹ ਦੋਵਾਂ ਥਾਵਾਂ ਨੂੰ ਇੱਕੋ ਜਿਹਾ ਸਮਝਦੇ ਨੇ। ਉਹਨਾਂ ਦੇ ਵਿੱਚ, ਉਹਨਾਂ ਦੇ ਹਿਰਦੇ ਦੇ ਵਿੱਚ ਕੋਈ ਅੰਤਰ ਨਹੀਂ ਕਿ ਕਿਸ ਨਗਰ ਦੇ ਵਿੱਚ ਰਹਿਣਾ ਹੈ, ਕਿਸ ਨਗਰ ਦੇ ਵਿੱਚ ਨਹੀਂ ਰਹਿਣਾ, ਕਿਉਂਕਿ ਸਾਰੀਆਂ ਥਾਵਾਂ ਪਰਮਾਤਮਾ ਨੇ ਬਣਾਈਆਂ ਹਨ। ਉਸ ਪਰਮੇਸ਼ਰ ਦੀ ਬਣਾਈ ਹੋਈ ਕਿਸੇ ਵੀ ਜਗ੍ਹਾ ਨੂੰ ਮਾੜਾ ਕਿਵੇਂ ਕਿਹਾ ਜਾ ਸਕਦਾ ਹੈ। ਰੱਬ ਦੇ ਭਗਤ ਤੇ ਜਿੱਥੇ ਵੀ ਭਗਤੀ ਕਰਦੇ ਨੇ ਉਹ ਜਗ੍ਹਾ ਪਵਿੱਤਰ ਹੋ ਜਾਂਦੀ ਹੈ। ਜਿੱਥੇ ਵੀ ਗੁਰੂ ਸਾਹਿਬ ਆਪਣੇ ਚਰਨ ਪਾਉਂਦੇ ਸਨ ਉਹ ਜਗ੍ਹਾ ਪਵਿੱਤਰ ਹੋ ਜਾਂਦੀ ਸੀ। ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ। ਜੇ ਜੰਗਲ ਦੇ ਵਿੱਚ ਵੀ ਬੈਠ ਗਏ ਨਾ ਤਾਂ ਉੱਥੇ ਵੀ ਰੌਣਕਾਂ ਲੱਗ ਗਈਆਂ। ਜਦੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਮਾਲਵੇ ਦੀ ਧਰਤੀ ਤੇ ਗਏ ਨੇ, ਉੱਥੇ ਕੁਝ ਵੀ ਨਹੀਂ ਸੀ, ਖਾਲੀ ਰੇਤਲੇ ਟਿੱਬੇ ਹੁੰਦੇ ਸਨ। ਪਰ ਜਦੋਂ ਸਤਿਗੁਰੂ ਜੀ ਉੱਥੇ ਗਏ, ਉੱਥੇ ਪਹੁੰਚੇ, ਤਾਂ ਸੰਗਤਾਂ ਜੁੜਨ ਲੱਗ ਪਈਆਂ ਤੇ ਉੱਥੇ ਨਗਰ ਬਣ ਗਏ, ਸੁੰਦਰ ਅਸਥਾਨ ਬਣ ਗਏ। ਸਵੇਰੇ ਸ਼ਾਮ ਦੀਵਾਨ ਸਜਦਾ ਹੈ, ਸਵੇਰੇ ਸ਼ਾਮ ਗੁਰੂ ਦੇ ਦਰਸ਼ਨ ਸੰਗਤਾਂ ਕਰਦੀਆਂ ਨੇ, ਸਿੱਖ ਕਰਦੇ ਹਨ, ਤੇ ਉੱਥੇ ਹੀ ਮੇਲੇ ਲੱਗਣ ਲੱਗ ਪਏ ਜਿੱਥੇ ਕੁਝ ਵੀ ਨਹੀਂ ਸੀ ਹੁੰਦਾ। ਫਿਰ ਉਸ ਧਰਤੀ ਨੂੰ ਸਤਿਗੁਰੂ ਜੀ ਨੇ ਵਰ ਵੀ ਬਹੁਤ ਦਿੱਤੇ। ਸੋ ਜਿੱਥੇ ਪਰਮੇਸ਼ਰ ਦੇ ਪਿਆਰੇ ਬੈਠ ਜਾਂਦੇ ਨੇ, ਉੱਥੇ ਪਰਮਾਤਮਾ ਦੀ ਭਗਤੀ ਸਿਮਰਨ ਦੇ ਕਰਕੇ ਐਸਾ ਵਾਤਾਵਰਨ ਪੈਦਾ ਹੋ ਜਾਂਦਾ ਹੈ। ਉਹਨਾਂ ਦੇ ਆਲੇ ਦੁਆਲੇ ਇੱਕ ਔਰਾ ਜਿਹੜਾ ਹੈ ਨਾ ਉਹ ਬਣ ਜਾਂਦਾ ਹੈ, ਤੇ ਲੋਕ ਜਿਹੜੇ ਨਾ ਉਹਦੇ ਤੋਂ ਪ੍ਰਭਾਵਿਤ ਹੋ ਕੇ
ਉੱਥੇ ਆ ਕੇ ਉਹਨਾਂ ਨੂੰ ਸ਼ਾਂਤੀ ਮਿਲਦੀ ਹੈ। ਜਿੱਥੇ ਰੱਬ ਦਾ ਪਿਆਰਾ ਬੈਠਾ ਹੁੰਦਾ ਨਾ, ਉਹਦੇ ਕੋਲ ਭਗਤੀ, ਉਹਦੇ ਕੋਲ ਬੰਦਗੀ ਇੰਨੀ ਕੁ ਹੁੰਦੀ ਹੈ ਕਿ ਦੂਸਰੇ ਲੋਕਾਂ ਨੂੰ ਵੀ ਉਹਦੇ ਨੇੜੇ ਬੈਠ ਕੇ, ਉਹਦੇ ਲਾਗੇ ਬੈਠ ਕੇ ਨਾ ਹਿਰਦੇ ਨੂੰ ਸ਼ਾਂਤੀ, ਹਿਰਦੇ ਨੂੰ ਠੰਡਕ ਮਿਲਦੀ ਹੈ। ਤਪਦੇ ਹੋਏ ਹਿਰਦੇ ਠਰ ਜਾਂਦੇ ਨੇ। ਪਰਮੇਸ਼ਰ ਦੀ ਜੋ ਭਗਤੀ ਹੈ, ਪਰਮਾਤਮਾ ਦਾ ਜਿਹੜਾ ਸਿਮਰਨ ਹੈ ਨਾ, ਉਹ ਇੰਨਾ ਕੁ ਲੋਕਾਂ ਦਾ ਭਲਾ ਕਰਦਾ ਹੈ, ਸੰਸਾਰ ਦੇ ਜੀਵਾਂ ਨੂੰ ਸ਼ੀਤਲਤਾ ਬਖਸ਼ਦਾ ਹੈ, ਠੰਡਕ ਪਾਉਂਦਾ ਹੈ ਲੋਕਾਂ ਦੇ ਤਪਦੇ ਹੋਏ ਹਿਰਦੇ ਦੇ ਵਿੱਚ। ਆਪਾਂ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਗੋਦ ਦੇ ਵਿੱਚ ਜਦੋਂ ਬੈਠਦੇ ਆ ਨਾ ਆ ਕੇ, ਤੇ ਬਹੁਤ ਸਾਰੀਆਂ ਚਿੰਤਾਵਾਂ ਸਾਡੀਆਂ ਇੱਥੇ ਆ ਕੇ ਮਿਟ ਜਾਂਦੀਆਂ ਨੇ। ਬਹੁਤ ਸਾਰੇ ਦੁੱਖ ਸਾਨੂੰ ਭੁੱਲ ਜਾਂਦੇ ਨੇ। ਬਹੁਤ ਸਾਰੀ ਜੋ ਸਾਡੇ ਹਿਰਦੇ ਦੇ ਵਿੱਚ ਜੋ ਪਰੇਸ਼ਾਨੀਆਂ ਚੱਲਦੀਆਂ ਹੁੰਦੀਆਂ ਨੇ, ਉਹ ਪਰੇਸ਼ਾਨੀਆਂ ਸਾਨੂੰ ਚੇਤੇ ਵੀ ਨਹੀਂ ਰਹਿੰਦੀਆਂ, ਕਿਉਂਕਿ ਇਸ ਅਸਥਾਨ ਦੀ ਜੋ ਵਾਈਬ੍ਰੇਸ਼ਨ ਹੈ ਨਾ, ਉਹ ਹੀ ਐਸੀ ਹੈ ਕਿ ਸਾਰੇ ਦੁੱਖ ਜਿਹੜੇ ਨੇ ਗੁਰੂ ਸਾਹਿਬ ਸਾਡੇ ਦੂਰ ਕਰ ਦਿੰਦੇ ਨੇ, ਭੁਲਾ ਦਿੰਦੇ ਹਨ। ਸੋ ਜਿਹੜੇ ਪਰਮੇਸ਼ਰ ਦੇ ਭਗਤ ਹਨ, ਭਗਤ ਕਬੀਰ ਜੀ ਕਹਿੰਦੇ ਨੇ ਉਹਨਾਂ ਦੇ ਵਾਸਤੇ ਕਾਸ਼ੀ ਤੇ ਮਗਹਰ ਉਹ ਇੱਕੋ ਜਿਹੇ ਹਨ। ਓਛੀ ਭਗਤ ਕੈਸੇ ਉਤਰਸ ਪਾਰੀ। ਭਗਤ ਕਬੀਰ ਜੀ ਕਹਿੰਦੇ ਨੇ ਕਿ ਭਾਵੇਂ ਕੋਈ ਬਨਾਰਸ ਦੇ ਵਿੱਚ ਆਪਣੇ ਪ੍ਰਾਣ ਤਿਆਗ ਦੇਵੇ, ਪਰ ਜੇਕਰ ਉਹਦੇ ਕੋਲ ਭਗਤੀ ਨਹੀਂ, ਜੇ ਉਹਦੇ ਕੋਲ ਸਿਮਰਨ ਨਹੀਂ, ਤੇ ਉਹਦਾ ਪਾਰ ਉਤਾਰਾ ਕਿਵੇਂ ਹੋਏਗਾ? ਭਾਵ ਕਿ ਪਾਰ ਉਤਾਰਾ ਨਹੀਂ ਹੋ ਸਕਦਾ, ਉਹਦਾ ਜੀਵਨ ਵਿਅਰਥ ਜਾਣਾ ਹੈ। ਕਹੋ ਗੁਰ ਗਜ ਸ਼ਿਵ ਸਭ ਕੋ ਜਾਣੈ। ਭਗਤ ਕਬੀਰ ਜੀ ਕਹਿੰਦੇ ਨੇ ਕਿ ਜਿਹੜੇ ਸੰਸਾਰ ਦੇ ਲੋਕ ਨੇ ਨਾ, ਉਹ ਕੇਵਲ ਸ਼ਿਵ ਜੀ ਨੂੰ ਜਾਣਦੇ ਨੇ ਜਾਂ ਗਣੇਸ਼ ਜੀ ਨੂੰ ਜਾਣਦੇ ਹਨ, ਤੇ ਸੋਚਦੇ ਨੇ ਕਿ ਸ਼ਾਇਦ ਇਹੀ ਸਾਨੂੰ ਮੁਕਤੀ ਦੇਣਗੇ, ਜਾਂ ਫਿਰ ਇਹ ਸਾਨੂੰ ਸ਼ਰਾਪ ਦੇ ਰਹੇ ਹਨ। ਪਰ ਅਸਲ ਦੇ ਵਿੱਚ ਜਿਹੜੇ ਰੱਬ ਦੇ ਪਿਆਰੇ ਹਨ, ਪਰਮਾਤਮਾ ਦੇ ਭਗਤ ਹਨ, ਉਹ ਤੇ ਉਸ ਪਰਮੇਸ਼ਰ ਦੀ ਪੂਜਾ ਕਰਕੇ, ਉਹਦਾ ਨਾਮ ਜਪ ਕੇ ਮੁਕਤ ਹੋ ਜਾਂਦੇ ਹਨ। ਮੂਆ ਕਬੀਰ ਰਮਤ ਸ੍ਰੀ ਰਾਮੈ। ਭਗਤ ਕਬੀਰ ਜੀ ਕਹਿੰਦੇ ਨੇ ਕਿ ਕਬੀਰ ਤੇ ਪਹਿਲਾਂ ਹੀ ਆਪਣੇ ਅੰਦਰੋਂ ਹਉਮੈ ਨੂੰ ਤਿਆਗ ਕੇ ਤੇ ਉਸ ਰਾਮ ਦੇ ਵਿੱਚ, ਉਸ ਪਰਮਾਤਮਾ ਦੇ ਵਿੱਚ ਜੋ ਘਟ ਘਟ ਦੇ ਵਿੱਚ ਵਸਿਆ ਹੋਇਆ ਹੈ, ਉਹਦੇ ਵਿੱਚ ਸਮਾ ਚੁੱਕਾ ਹੈ। ਹੁਣ ਤੇ ਸਰੀਰ ਦੀ ਮੌਤ ਜਿੱਥੇ ਮਰਜ਼ੀ ਹੋ ਜਾਏ, ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਜੀਵ ਆਤਮਾ ਤੇ ਉਸ ਪਰਮਾਤਮਾ ਦੇ ਵਿੱਚ ਲੀਨ ਹੋ ਚੁੱਕੀ ਹੈ ਨਾ, ਉਹਦੇ ਵਿੱਚ ਸਮਾ ਚੁੱਕੀ ਹੈ। ਜਿਉਂ ਜਲ ਮੈਂ ਜਲ ਆਏ ਕਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਮਨ ਪਾਏ ਬਿਸਰਾਮ, ਨਾਨਕ ਪ੍ਰਭ ਕੈ ਸਦ ਕੁਰਬਾਨ। ਐਸੀ ਅਵਸਥਾ ਪ੍ਰਾਪਤ ਹੋ ਗਈ ਹੈ। ਸੋ ਜਿਉਂਦੇ ਜੀ ਭਗਤ ਕਬੀਰ ਜੀ ਕਹਿੰਦੇ ਨੇ ਕਿ ਮੈਂ ਆਪਾ ਭਾਵ ਕੇ ਆਪਣੇ ਅੰਦਰੋਂ ਹੰਕਾਰ, ਆਪਣੇ ਅੰਦਰੋਂ ਮੈਂ ਮੇਰੀ, ਇਹਦਾ ਤਿਆਗ ਕਰ ਦਿੱਤਾ, ਤੇ ਪਰਮੇਸ਼ਰ ਜਿਹੜਾ ਸੀ ਨਾ ਅੰਦਰ ਹੀ ਬੈਠਾ ਸੀ, ਉਹਦੇ ਨਾਲ ਮੇਲ ਹੋ ਗਿਆ। ਸੋ ਯਤਨ ਇਹੀ ਕਰਨਾ ਹੈ ਕਿ ਅਸੀਂ ਆਪਣੇ ਅੰਦਰੋਂ ਹੰਕਾਰ ਦਾ ਤਿਆਗ ਕਰੀਏ। ਜਦੋਂ ਹੰਕਾਰ ਦਾ ਤਿਆਗ ਕਰਕੇ ਤੇ ਉਸ ਪਰਮੇਸ਼ਰ ਦੇ ਨਾਲ ਸਾਡਾ ਮੇਲ ਹੋ ਜਾਏਗਾ, ਉਸ ਤੋਂ ਬਾਅਦ ਸਰੀਰ ਦੇ ਸਵਾਸ ਕਿਧਰੇ ਵੀ ਪੂਰੇ ਹੋ ਜਾਣ, ਕੋਈ ਫਰਕ ਨਹੀਂ ਪੈਂਦਾ। ਜਿਵੇਂ ਭਗਤ ਕਬੀਰ ਜੀ ਸਾਨੂੰ ਸਮਝਾ ਰਹੇ ਨੇ ਕਿ ਰੱਬ ਦੇ ਪਿਆਰਿਆਂ ਦੇ ਵਾਸਤੇ ਕਾਸ਼ੀ ਵੀ ਉਹੋ ਜਿਹੀ ਤੇ ਮਗਰ ਵੀ ਉਹੋ ਜਿਹਾ, ਕਿਉਂਕਿ ਉਹ ਪਹਿਲਾਂ ਹੀ ਪਰਮਾਤਮਾ ਦੇ ਵਿੱਚ ਲੀਨ ਹੋ ਚੁੱਕੇ ਨੇ। ਵਾਹਿਗੁਰੂ ਕਿਰਪਾ ਕਰੇ, ਬਖਸ਼ਿਸ਼ ਕਰੇ ਸਾਨੂੰ ਸਾਰਿਆਂ ਨੂੰ, ਸੋਝੀ ਬਖਸ਼ੇ। ਇਸੇ ਤਰ੍ਹਾਂ ਆਪਾਂ ਸੇਵਾ ਸਿਮਰਨ ਕਰਕੇ